ਤੁਸੀਂ ਜਿਵੇਂ ਪੜ੍ਹਾਈ ਦੀ ਗੱਲ ਕਰ ਰਹੇ ਹੋ ਨਾ, ਬੱਚਿਆਂ ਨੂੰ, ਉਹਨਾਂ ਬੱਚਿਆਂ ਨੂੰ ਹੈਲਪ ਕੀਤੀ ਜਾਂਦੀ ਹੈ ਜਿਹੜੇ ਪੜ੍ਹਨ ਵਾਲੇ ਹੁੰਦੇ ਆ ਪਰ ਆਰਥਿਕ ਤੌਰ 'ਤੇ ਪਰਿਵਾਰ ਆ ਜਿਹੜਾ ਫੀਸਾਂ ਨਹੀਂ ਭਰ ਸਕਦਾ ਹੁੰਦਾ। ਇਸੇ ਚੀਜ਼ ਨਾਲ ਜਦੋਂ ਆਪਾਂ ਪਿਛਲੇ ਐਤਵਾਰ ਨਿਸ਼ਕਾਮ ਸਿੱਖ ਸੇਵਾ ਜਿਹੜੀ ਵੈਲਫੇਅਰ ਆ ਹੈ ਨਾ, ਉਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ, ਤਕਰੀਬਨ 550 ਬੱਚਾ ਸੀ ਜਿਹੜਾ, ਉਹਨਾਂ ਨੂੰ ਇੱਥੇ ਲੁਧਿਆਣੇ ਪ੍ਰੋਗਰਾਮ ਦੇ ਦੌਰਾਨ ਚੈੱਕ ਵੰਡੇ। ਅਤੇ ਉਸ ਤੋਂ ਪਹਿਲਾਂ ਜਿਹੜਾ ਇੱਕ ਸੈਸ਼ਨ ਉਹਨਾਂ ਨੇ ਕੀਤਾ ਫਰੀਦਕੋਟ, ਤਕਰੀਬਨ 300 ਬੱਚਿਆਂ ਦਾ ਉੱਥੇ। ਇਹ ਇੱਕ ਬਹੁਤ ਵੱਡਾ ਅਮਾਊਂਟ ਬਣ ਜਾਂਦਾ ਹੈ ਨਾ। ਇਹ ਤਾਂ ਜ਼ਾਹਿਰ ਜੀ ਗੱਲ ਹੈ ਕਿ ਦਸਵੰਧ ਦੇ ਜ਼ਰੀਏ ਇਹ ਚੀਜ਼ਾਂ ਨੇ ਜਿਹੜੀਆਂ ਆਉਂਦੀਆਂ ਨੇ, ਪਰ ਪਹਿਲਾਂ ਮੈਂ ਚਾਹਾਂਗੀ ਕਿ ਜਿਹੜੀ ਨਿਸ਼ਕਾਮ ਸਿੱਖ ਸੇਵਾ ਕੌਂਸਲ ਆ, ਉਹ ਜਿਹੜੀ ਸਕੋਲਰਸ਼ਿਪ ਦੇ ਰਹੀ ਆ, ਤਕਰੀਬਨ ਉੱਥੇ ਮੈਂ ਵੀ ਹਾਜ਼ਰ ਸੀ, ਤਾਂ 40,000 ਤੱਕ ਦਾ ਅਮਾਊਂਟ ਆ ਜਿਹੜਾ ਬੱਚਿਆਂ ਨੂੰ ਪਰ ਈਅਰ ਪੇ ਕੀਤਾ ਜਾਂਦਾ ਹੈ ਨਾ। ਉਸ ਸਕੋਲਰਸ਼ਿਪ ਬਾਰੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਵਿਦਿਆਰਥੀਆਂ ਨੂੰ ਦੱਸੋ, ਤਾਂ ਜੋ ਵੱਧ ਤੋਂ ਵੱਧ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਸ ਚੀਜ਼ ਦਾ ਲਾਭ ਲੈ ਸਕਣ। ਜੀ, ਜਿਵੇਂ ਤੁਸੀਂ ਕਿਹਾ ਸਕਾਲਰਸ਼ਿਪ 2 ਤਰ੍ਹਾਂ ਦੀਆਂ ਸਕਾਲਰਸ਼ਿਪਸ ਹੁੰਦੀਆਂ ਨੇ। ਇੱਕ ਤਾਂ ਜਿਹੜੀਆਂ ਸਰਕਾਰ ਦਿੰਦੀ ਆ, ਉਹਦੀਆਂ ਵੀ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਨੇ। ਕੁਛ ਜਿਹੜੀਆਂ ਨੇ ਅੱਜ ਕੱਲ੍ਹ ਇੰਡਸਟਰੀ ਨੂੰ ਵੀ ਸਰਕਾਰ ਨੇ ਕੁਛ ਕਰਨ ਲਈ ਕਿਹਾ ਕਿ ਤੁਸੀਂ ਵੀ ਸੋਸ਼ਲ ਕਾਜ਼ ਕਰੋ, ਕੋਈ CSR ਕਹਿੰਦੇ ਉਹਨੂੰ, ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀਜ਼। ਹਰ ਇੱਕ ਇੰਡਸਟਰੀ ਜਾਂ ਹਰ ਕੋਈ ਗਰੁੱਪ, ਕੋਈ ਪ੍ਰਾਈਵੇਟ, ਉਹ ਵੀ CSR ਦੇ ਅੰਡਰ ਕੁਛ ਨਾ ਕੁਛ ਸੋਸ਼ਲ ਇਨੀਸ਼ੀਏਟਿਵ ਲੈਂਦੇ ਨੇ। ਸੋ ਜਿਸ ਤਰ੍ਹਾਂ ਇਹ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ ਆ, ਅਤੇ ਇਸੇ ਤਰ੍ਹਾਂ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਇੱਕ ਪ੍ਰਾਈਵੇਟ ਤੌਰ ਤੇ ਦਸਵੰਧ ਇਕੱਠਾ ਕਰਕੇ, ਫੰਡਸ ਰੇਜ਼ ਕਰਕੇ ਪੰਜਾਬ ਦੇ ਬੱਚਿਆਂ ਲਈ ਜਿਹੜੀ ਪ੍ਰੋਫੈਸ਼ਨ ਕੋਰਸ ਕਰ ਰਿਹਾ ਉਹਨਾਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾਂਦੀ ਆ। ਸੋ ਜੇ ਮੈਂ ਨਿਸ਼ਕਾਮ ਦੀ ਗੱਲ ਕਰਾਂ ਤਾਂ ਇਹ ਤਾਂ 1984 ਤੋਂ 1984 ਤੋਂ ਲੈ ਕੇ ਜਦੋਂ ਭਾਣਾ ਵਰਤਿਆ, ਉਸ ਤੋਂ ਬਾਅਦ ਹੀ ਇਹ ਜਿਹੜੀ ਆ ਇਹਨਾਂ ਨੇ ਐਜੂਕੇਸ਼ਨ ਲਈ ਅਤੇ ਹੈਲਥ ਲਈ ਕੰਮ ਕਰਨਾ, ਜਾਂ ਉਹਨਾਂ ਲੋਕਾਂ ਦੇ ਮਕਾਨਾਂ ਲਈ ਜਿਹੜੇ ਉਸ ਵੇਲੇ ਅਫੈਕਟਡ ਸੀਗੇ, ਉਹਨਾਂ ਲਈ ਇਹ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਸੋ ਇਹ ਜਿਹੜੀ ਪ੍ਰੋਫੈਸ਼ਨਲ ਕੋਰਸ ਵਾਲੀ ਸਕਾਲਰਸ਼ਿਪ ਹੈਗੀ 30,000 ਪਰ ਈਅਰ ਵੱਧ ਤੋਂ ਵੱਧ ਦਿੱਤੀ ਜਾਂਦੀ ਆ। ਸੋ ਇਹ 1999 'ਚ ਸ਼ੁਰੂ ਕੀਤੀ ਗਈ ਸੀਗੀ। ਹਾਂਜੀ, ਬਹੁਤ ਸਾਰੇ ਮੈਂ ਤੁਹਾਡੀ ਗੱਲ ਨੂੰ ਵਿੱਚੇ ਰੋਕ ਰਹੀ ਹਾਂ, ਬਹੁਤ ਸਾਰੇ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪ੍ਰੋਫੈਸ਼ਨਲ ਕੋਰਸ ਜਿਹੜੇ ਨੇ ਕਿਹੜੇ ਹੁੰਦੇ ਆ ਅਤੇ ਕਦੋਂ ਸਟਾਰਟ ਹੁੰਦੇ ਆ ਨਾ। ਜਦ ਕਿ ਆਪਾਂ ਨੂੰ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਉਹ ਮਤਲਬ ਕੋਰਸਿਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਬੱਚਾ ਜਿਹੜਾ +2 ਤੋਂ ਬਾਅਦ ਜਾ ਕੇ ਦਾਖਲਾ ਲੈਂਦਾ ਹੈ। ਉਹ ਕੋਰਸਿਸ ਕਿਹੜੇ ਨੇ, ਇਹ ਤੁਹਾਨੂੰ ਜਸਵਿੰਦਰ ਸਿੰਘ ਜੀ ਦੱਸਣਗੇ। ਜੀ, ਜਿਸ ਤਰ੍ਹਾਂ ਆਪਾਂ +2 ਜਿਹੜੇ ਬੱਚੇ BA MA +2 ਤੋਂ ਬਾਅਦ BA MA ਇਹ ਪ੍ਰੋਫੈਸ਼ਨਲ ਕੋਰਸ ਨਹੀਂ ਆਉਂਦੇ। BCom MCom BTech MTech BCA MCA ਇਹ ਸਾਰੇ ਜਿਹੜੇ ਆ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਆ ਜਾਂਦੇ ਆ, ਕਿਉਂਕਿ BA MA ਜਿਹੜਾ ਉਹ 'ਚ ਜ਼ਿਆਦਾ ਖਰਚਾ ਨਹੀਂ ਹੁੰਦਾ, ਕਿਉਂਕਿ ਕਿੱਤਾਮੁਖੀ ਕੋਰਸਾਂ ਨੂੰ ਜ਼ਿਆਦਾ ਪਹਿਲ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਜਿਹੜਾ ਬੱਚਾ ਗ੍ਰੈਜੂਏਸ਼ਨ ਕਰਕੇ ਨਾਲ ਦੀ ਨਾਲ ਜਿਹੜਾ ਜੋਬ ਲੱਗ ਜਾਂਦਾ, ਇਸ ਕਰਕੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ ਕਿ ਇਹ ਬੱਚਿਆਂ ਨੂੰ ਨਾਲ ਦੀ ਨਾਲ ਹੀ ਜਦੋਂ ਇਹ ਆਪਣੀ ਪੜ੍ਹਾਈ ਪੂਰੀ ਕਰਦੇ ਆ ਤਾਂ ਨਾਲ ਦੀ ਨਾਲ ਕੰਮ ਜਿਹੜੇ ਉਹ ਲੱਗ ਜਾਣਗੇ। ਸੋ ਇਹ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਨੇ ਸਾਂਝਾ ਉਪਰਾਲਾ ਕੀਤਾ ਹੋਇਆ 1999 ਤੋਂ ਲੈ ਕੇ 20-22 ਬੱਚਿਆਂ ਤੋਂ ਸ਼ੁਰੂ ਕੀਤਾ ਸੀ। ਅੱਛਾ ਜੀ। ਹਾਂਜੀ, ਅਤੇ 20-22 ਬੱਚੇ ਉਦੋਂ ਇਹਨਾਂ ਨੇ ਸਪੋਂਸਰ ਕੀਤੇ ਸੀ, ਬੜੇ ਹਾਈਲੀ ਜਿਹੜੇ ਐਜੂਕੇਟਡ ਨੇ USA ਦੇ ਵਿੱਚ, ਜਿਨ੍ਹਾਂ ਲੋਕਾਂ ਨੇ ਆਪਣਾ ਗਰੁੱਪ ਬਣਾ ਕੇ ਸਟਾਰਟ ਕੀਤਾ ਸੀ। ਸੋ ਹੁਣ ਅਸੀਂ ਇੱਕ ਪ੍ਰੋਗਰਾਮ ਉੱਥੇ ਕਰਨ ਲੱਗੇ ਸੀ, ਤਾਂ ਉਹਨਾਂ ਨੇ ਪੁੱਛਿਆ ਕਿ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਨੇ ਉਹਨਾਂ ਨੂੰ ਲੱਭੋ ਕਿੱਥੇ ਨੇ, ਕੀ ਕਰ ਰਹੇ ਨੇ, ਬੜੇ ਸੈਟਲ ਨੇ ਉਹ ਅੱਜ। ਅਤੇ 20 ਤੋਂ ਲੈ ਕੇ ਅੱਜ ਦੇਖੋ ਕਿ ਹਰ ਸਾਲ 1000 ਤੋਂ ਉੱਪਰ ਬੱਚਿਆਂ ਨੂੰ, 1000-1200 ਬੱਚੇ ਹੋ ਜਾਂਦੇ ਆ ਕਿ ਉਹਨਾਂ ਨੂੰ ਜਿਹੜੇ ਪੰਜਾਬ ਦੇ, ਪੰਜਾਬ ਤੋਂ ਬਾਹਰੋਂ ਵੀ, ਜਿਹਦੇ ਵਿੱਚ ਕੋਈ ਧਰਮ ਦਾ ਨਹੀਂ ਰੌਲਾ, ਕੋਈ ਜਾਤ ਦਾ ਰੌਲਾ ਨਹੀਂ, ਤਾਂ ਲੋੜ ਦਾ ਹੈ ਉਹਦੇ 'ਚ ਹੈ ਕਿ ਬੱਚੇ ਨੂੰ ਵਾਕਈ ਲੋੜ ਹੈਗੀ ਆ। 1,80,000 ਤੋਂ ਜਿਹੜੀ ਆ ਉਹ ਫੈਮਿਲੀ ਇਨਕਮ ਜਿਹੜੀ ਆ ਉਹ ਇੰਨੀ, ਉਹ ਤੋਂ ਘੱਟ ਹੋਣੀ ਚਾਹੀਦੀ ਆ। ਅਤੇ ਬਾਕੀ ਜਿਸ ਤਰ੍ਹਾਂ ਦਾ ਮਰਜ਼ੀ ਆ, ਉਹ ਤਾਂ ਪਰ ਪੰਜਾਬੀ 'ਚ ਪੇਪਰ ਹੋਏਗਾ ਇੱਕ, ਤਾਂ ਕਿ ਉਹ ਆਪਣੇ ਪ੍ਰੋਫੈਸ਼ਨਲ ਕੋਰਸ ਦੇ ਨਾਲ ਉਹ ਪੰਜਾਬੀ ਲਈ ਵੀ ਥੋੜ੍ਹੇ ਜਿਹੇ ਜਾਗਰੂਕ ਰਹਿਣ। ਉਹ ਪੇਪਰ ਕਲੀਅਰ ਕਰਕੇ ਫਿਰ ਬੱਚਿਆਂ ਦੀ ਥੋੜ੍ਹੀ ਪੁੱਛ ਪੜਤਾਲ ਕਰਕੇ ਇੰਟਰਵਿਊ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਆ ਅਮਾਊਂਟ ਜਿਹੜੀ ਆ ਰਿਲੀਜ਼ ਕੀਤੀ ਜਾਂਦੀ ਆ। ਸਾਲ ਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਵੇਂ April-May ਦੇ ਵਿੱਚ ਫਾਰਮ ਭਰ ਕੇ, ਅਤੇ ਮੈਂ ਦਰਸ਼ਕਾਂ ਨੂੰ ਦੱਸਾਂਗਾ ਵੀ ਕਿ ਨਿਸ਼ਕਾਮ.in ਦੇ ਉੱਪਰ ਜਾ ਕੇ ਤੁਸੀਂ ਇਹ ਫਾਰਮ ਭਰ ਸਕਦੇ ਹੋ, ਜਾਂ SHDF.org ਦੇ ਉੱਪਰ ਵੀ ਇਹ ਫਾਰਮ ਜਿਹੜਾ ਹੁਣ ਤੋਂ 2 ਮਹੀਨੇ ਬਾਅਦ ਜਿਹੜਾ ਉਹ ਪੈ ਜਾਏਗਾ April-May ਦੇ ਵਿੱਚ। ਅਤੇ September-October 'ਚ ਪੇਪਰ ਹੁੰਦਾ, ਅਤੇ ਉਸ ਤੋਂ ਬਾਅਦ 1 ਮਹੀਨੇ ਬਾਅਦ ਇੰਟਰਵਿਊ, ਅਤੇ ਫਰਵਰੀ ਦੇ ਵਿੱਚ ਹਰ ਸਾਲ ਇਹ ਸਕਾਲਰਸ਼ਿਪ ਇਹਨਾਂ ਨੂੰ ਦਿੱਤੀ ਜਾਂਦੀ ਆ। ਸੋ ਜਿਵੇਂ ਅਸੀਂ ਲੁਧਿਆਣਾ ਸੈਂਟਰ ਇੱਥੇ ਦੇਖ ਰਹੇ ਹਾਂ, ਅਤੇ ਇਸੇ ਤਰ੍ਹਾਂ ਚੰਡੀਗੜ੍ਹ, ਅੰਮ੍ਰਿਤਸਰ, ਫਰੀਦਕੋਟ, ਮੋਗਾ, ਬਠਿੰਡਾ, ਅਤੇ ਇਸ ਤਰ੍ਹਾਂ ਹਰ ਸੈਂਟਰ 'ਚ 200-250 ਬੱਚੇ ਹੁੰਦੇ ਆ। ਜਿਵੇਂ ਹੁਣ ਇਸ ਵਾਰ ਅਸੀਂ ਇਕੱਠੇ ਕੀਤੇ ਸੀ ਚੰਡੀਗੜ੍ਹ ਅਤੇ ਲੁਧਿਆਣੇ ਦੇ, ਤਾਂ 500 ਬੱਚਾ ਹੋ ਗਿਆ ਸੀਗਾ। ਅਤੇ ਇਸੇ ਤਰ੍ਹਾਂ ਟੋਟਲ ਜਿਹੜੇ ਮੈਂ ਪੰਜਾਬ ਦੇ ਲਾਵਾਂ ਤਾਂ 1000 ਤੋਂ ਲੈ ਕੇ 1200 ਤੱਕ ਹੁੰਦੇ ਆ, ਅਤੇ ਤਕਰੀਬਨ 2 ਤੋਂ ਲੈ ਕੇ 2.5 ਕਰੋੜ ਦੀ ਜਿਹੜੀ ਹੈ ਅਮਾਊਂਟ ਜਿਹੜੀ ਦਿੱਤੀ ਜਾਂਦੀ ਆ। ਅਤੇ ਇਸੇ ਤਰ੍ਹਾਂ ਹੀ ਹਰ ਸਾਲ ਇਹ ਸਕਾਲਰਸ਼ਿਪ ਦਿੱਤੀ ਜਾਂਦੀ ਆ, ਇਹਦੇ ਵਿੱਚ ਵਿਚਾਲੇ ਕੋਈ ਮਤਲਬ ਅਮਾਊਂਟ ਨਹੀਂ ਦਿੱਤੀ ਜਾਂਦੀ। ਹਾਂਜੀ, ਇਹ ਗੱਲ ਆਪਾਂ ਉਹਨਾਂ ਬੱਚਿਆਂ ਦੀ ਕਰ ਰਹੇ ਹਾਂ ਜਿਹੜੇ +2 ਪਾਸ ਆਊਟ ਹੋ ਗਏ ਨੇ ਅਤੇ ਅੱਗੇ ਜਾ ਕੇ ਪ੍ਰੋਫੈਸ਼ਨਲ ਜਿਹੜੇ ਕੋਰਸਿਸ ਨੇ ਉਹਨਾਂ ਦੇ ਵਿੱਚ ਦਾਖਲਾ ਲੈਂਦੇ ਆ। ਪਰ ਕਈ ਵਾਰੀ ਇਹ ਹੁੰਦਾ ਕਿ ਬੱਚਾ
ਪਹਿਲਾਂ ਹੀ ਚਾਹੁੰਦਾ ਹੁੰਦਾ ਕਿ ਮੈਂ ਆਪਣੀ ਅਗਲੀ ਜਿਹੜੀ ਸਟੱਡੀ ਆ ਉਹਦਾ ਅਰੇਂਜਮੈਂਟ ਕਰਕੇ ਰੱਖਾਂ। ਤੇ ਜ਼ਿਆਦਾਤਰ ਮਾਪਿਆਂ ਦਾ ਵੀ ਇਹੀ ਹੁੰਦਾ ਵੀ ਨਹੀਂ +2 ਤੱਕ ਪੜ੍ਹਾਤਾ, ਹੁਣ ਪੈਸੇ ਨਹੀਂ ਹੈਗੇ ਤਾਂ ਅੱਗੋਂ ਜਿਹੜੀ ਪੜ੍ਹਾਈ ਨਹੀਂ ਹੋ ਸਕਦੀ। ਕੀ +2 ਪਾਸ ਹੋਣ ਤੋਂ ਪਹਿਲਾਂ ਵੀ ਬੱਚਾ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦਾ? ਬਿਲਕੁਲ ਕਰ ਸਕਦਾ। ਜਿਹੜਾ ਬੱਚਾ ਹੁਣ ਇਸ ਵੇਲੇ +2 ਦੇ ਵਿੱਚ ਆ ਉਹ ਫਾਰਮ ਭਰ ਸਕਦਾ ਹੁਣ ਜਦੋਂ ਆਏਗਾ। ਪਰ ਇਹਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਬੱਚੇ SC ਸਕਾਲਰਸ਼ਿਪ ਜਿਹੜੀ ਹੁੰਦੀ ਹੈ ਸ਼ਡਿਊਲ ਕਾਸਟ ਦੀ ਹੁੰਦੀ ਆ ਉਹ ਸਰਕਾਰ ਦਿੰਦੀ ਆ ਪੋਸਟ ਮੈਟ੍ਰਿਕ। ਤਾਂ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਪਹਿਲਾਂ ਉਹ ਭਰਨੀ ਚਾਹੀਦੀ ਆ ਕਿਉਂਕਿ ਪਹਿਲਾਂ ਸਰਕਾਰੀ ਬੈਨੀਫਿਟ ਲੈਣਾ ਚਾਹੀਦਾ ਤੇ ਉਹ ਵਾਕਈ ਮਿਲਦਾ ਉਹਨਾਂ ਬੱਚਿਆਂ ਨੂੰ ਜੇ ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਆਉਂਦੇ ਆ। ਕਿਉਂਕਿ ਪ੍ਰੋਸੀਜਰ ਮਤਲਬ ਕਾਉਂਸਲਿੰਗ ਥਰੂ ਆਉਂਦੇ ਆ ਕਿਸੇ ਵੀ ਕਾਲਜ 'ਚ ਕਾਉਂਸਲਿੰਗ ਥਰੂ, ਕਿਉਂਕਿ ਸਰਕਾਰ ਪਹਿਲਾਂ ਜਿੱਦਾਂ ਮਰਜ਼ੀ ਬੱਚਾ ਐਡਮਿਟ ਹੁੰਦਾ ਸੀ ਦੇ ਦਿੰਦੀ ਸੀ ਉਹਨਾਂ ਨੂੰ। ਪਰ ਜਿਹੜੇ ਹੁਣ ਕਾਉਂਸਲਿੰਗ ਥਰੂ ਆਉਂਦੇ ਆ ਯੂਨੀਵਰਸਿਟੀ ਦੀ ਸਿਰਫ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਆ। ਜਿਹੜੇ ਬੱਚੇ ਡਾਇਰੈਕਟ ਕਾਉਂਸਲਿੰਗ 'ਚ ਆਉਂਦੇ ਆ ਉਹਨਾਂ ਨੂੰ ਉਹ ਸਕਾਲਰਸ਼ਿਪ ਨਹੀਂ ਦਿੱਤੀ ਜਾਂਦੀ। ਸੋ ਉਹ ਬੱਚੇ ਵੀ ਅਸੀਂ ਪ੍ਰੈਫਰ ਕਰਦੇ ਹਾਂ ਵੀ ਚਲੋ ਇਹਦੇ ਵਿੱਚ ਜਨਰਲ ਕੈਟਾਗਰੀ ਦੇ ਬੱਚੇ ਜਿਹੜੇ ਆ ਉਹ ਭਰਨ, ਕਿਉਂਕਿ ਜਨਰਲ ਕੈਟਾਗਰੀ ਵਾਲੇ ਬੱਚਿਆਂ ਨੂੰ ਕੋਈ ਸਕਾਲਰਸ਼ਿਪ ਨਹੀਂ ਮਤਲਬ ਮਿਲਦੀ ਹੈਗੀ। ਤਾਂ ਆਮਦਨ ਕਈਆਂ ਦੇ 1-1 2-2 ਕਿੱਲੇ ਹੁੰਦੇ ਨੇ ਤੇ ਉਹ ਨਹੀਂ ਪੜ੍ਹਾ ਪਾਉਂਦੇ। ਤੁਸੀਂ ਸ਼ਾਇਦ ਦੇਖਿਆ ਹੋਵੇ ਇਸ ਸਕਾਲਰਸ਼ਿਪ ਦੇ ਵਿੱਚ ਬਹੁਤ ਬੱਚੀਆਂ ਹੋ ਸੀਗੀਆਂ 80% ਤਕਰੀਬਨ, ਤੇ ਉਹ ਵੀ ਉਹਨਾਂ ਪਰਿਵਾਰਾਂ 'ਚੋਂ ਜਿਨ੍ਹਾਂ ਦੇ 1-1 2-2 ਕਿੱਲੇ ਨੇ ਜਾਂ ਉਹ ਆਪਣਾ ਅੱਗੇ ਜਿਹੜਾ ਉਹ ਪੜ੍ਹਾਈ ਕੰਟੀਨਿਊ ਨਹੀਂ ਕਰ ਪਾਉਂਦੇ। ਸੋ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਮਿਲਦਾ ਹੈ ਇਹਦੇ ਵਿੱਚ। ਬਿਲਕੁਲ। ਤੁਹਾਡੀ ਇਸ ਗੱਲ ਤੋਂ 2 ਚੀਜ਼ਾਂ ਜਿਹੜੀਆਂ ਮੇਰੇ ਮਨ ਦੇ ਵਿੱਚ ਸਵਾਲ ਉੱਠ ਰਹੇ ਨੇ ਕਿ ਕਈ ਵਾਰ ਹੁੰਦਾ ਕਿ ਸਿਰਫ ਇੱਕ ਬੱਚਾ ਹੀ ਇੱਕ ਪਰਿਵਾਰ ਦੇ ਵਿੱਚੋਂ ਅਪਲਾਈ ਕਰਦਾ ਸਕਾਲਰਸ਼ਿਪ ਲਈ, ਪਰ ਕਈ ਵਾਰ ਇਹ ਹੁੰਦਾ ਵੀ ਉਸ ਪਰਿਵਾਰ 'ਚੋਂ 2 ਜਾਂ 3 ਬੱਚੇ ਵੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਆ। ਮਤਲਬ ਇਹ ਕੋਈ ਕੰਡੀਸ਼ਨ ਤਾਂ ਨਹੀਂ ਹੈ ਵੀ ਇੱਕੋ ਹੀ ਬੱਚੇ ਨੂੰ ਨਹੀਂ, ਸਕਾਲਰਸ਼ਿਪ ਇੱਦਾਂ ਦੀ ਕੋਈ ਕੰਡੀਸ਼ਨ ਨਹੀਂ ਹੈਗੀ। ਬੱਚਾ ਬਸ ਇੱਕੋ ਹੀ ਕੰਡੀਸ਼ਨ ਆ ਕਿ ਰੀਪੇਅਰ ਨਹੀਂ ਹੋਣੀ ਚਾਹੀਦੀ ਬੱਚੇ ਦੀ ਕਿਸੇ ਵੀ ਸਬਜੈਕਟ ਵਿੱਚ। ਜਿਹੜਾ ਵੀ ਕੋਰਸ ਕਰ ਰਿਹਾ ਜਦੋਂ ਵੀ ਰੀਪੇਅਰ ਆ ਗਈ ਉਹਦੀ ਸਕਾਲਰਸ਼ਿਪ ਜਿਹੜੀ ਆ ਇਹ ਬੰਦ ਹੋ ਜਾਂਦੀ ਆ। ਕਿਉਂਕਿ ਅਸੀਂ ਕਹਿੰਦੇ ਆ ਕਿ ਅਸੀਂ ਹੁਸ਼ਿਆਰ ਬੱਚਿਆਂ ਨੂੰ ਤੇ ਲੋੜਵੰਦ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ ਆ ਤੇ ਉਹ ਵਾਕਿਆ ਹੀ ਬੱਚੇ ਨੂੰ ਪ੍ਰੂਵ ਕਰਨਾ ਪੈਂਦਾ ਕਿ ਉਹ ਹੁਸ਼ਿਆਰ ਹੈਗਾ। ਸੋ ਐਟ ਲੀਸਟ 60% ਉਹਦੇ ਮਾਰਕਸ ਹੋਣੇ ਚਾਹੀਦੇ ਆ। ਤੇ ਭਾਵੇਂ 4 ਬੱਚੇ ਭਰਨ ਭਾਵੇਂ 5 ਭਰਨ ਇੱਕ ਫੈਮਿਲੀ ਦੇ ਵਿੱਚੋਂ ਉਹ ਕੰਡੀਸ਼ਨ ਫੁੱਲਫਿਲ ਕਰਦੇ ਹੋਣ ਕਿ 1,80,000 ਤੋਂ ਉਹਦੇ ਮਾਪਿਆਂ ਦੀ ਤੇ ਸਾਰੇ ਪਰਿਵਾਰ ਦੀ ਆਮਦਨ ਘੱਟ ਹੈ। ਇਸ ਤਰ੍ਹਾਂ ਹਰ ਸਕਾਲਰਸ਼ਿਪ ਦਾ ਆਪਣਾ ਆਪਣਾ ਕ੍ਰਾਈਟੇਰੀਆ ਹੈਗਾ। ਜੇ ਸਰਕਾਰ ਵੀ ਕਹਿੰਦੀ ਆ ਤਾਂ ਉਹ ਵੀ ਉਹਨਾਂ ਨੇ ਵੀ ਕੋਈ ਕੰਡੀਸ਼ਨ ਲਾਈ ਹੋਈ ਆ ਉਹਦੇ 'ਤੇ ਕਿ ਇੱਥੋਂ ਲਿਮਿਟ ਜਿਹੜੀ ਕ੍ਰਾਸ ਨਹੀਂ ਹੋਣੀ ਚਾਹੀਦੀ। ਆਪਾਂ ਨਿਸ਼ਕਾਮ ਦੀ ਗੱਲ ਕਰ ਰਹੇ ਹਾਂ, ਇਹ ਚਲੋ ਇੱਕ ਨਿੱਜੀ ਸੰਸਥਾ ਜਿਹੜੀ ਆਮ ਲੋਕਾਂ ਤੋਂ ਦਸਵੰਧ ਲੈ ਕੇ ਹੈ ਨਾ ਇਹ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਜਿਹੜੀਆਂ ਸਕਾਲਰਸ਼ਿਪ ਨੇ ਜਿਹੜੀਆਂ ਉਹਨਾਂ ਵਿਦਿਆਰਥੀਆਂ ਲਈਆਂ ਨੇ ਜਿਹੜੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਆ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਲੈਵਲ 'ਤੇ ਆਪਣੀਆਂ ਡਿਗਰੀਜ਼ ਕਰ ਰਹੇ ਆ, ਉਹਨਾਂ ਬਾਰੇ ਜੇ ਤੁਹਾਨੂੰ ਕੁਛ ਵੀ ਜਾਣਕਾਰੀ ਹੈ ਤਾਂ ਮੈਂ ਚਾਹੁੰਦੀ ਹਾਂ ਵੀ ਤੁਸੀਂ ਦੱਸੋ ਕਿ ਹੋਰ ਕਿਹੜੇ ਸਕਾਲਰਸ਼ਿਪ ਨੇ ਪ੍ਰੋਗਰਾਮ ਜਿਨ੍ਹਾਂ ਦੇ ਵਿੱਚੋਂ ਬੱਚੇ ਇਹ ਲਾਭ ਉਠਾ ਸਕਦੇ ਨੇ? ਜੀ ਜਿੱਦਾਂ +2 ਕਰਕੇ ਜਿਹੜੇ ਬੱਚੇ ਆ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ ਇਹ SC ST ਤੇ OBC ਬੱਚਿਆਂ ਨੂੰ। ਤਕਰੀਬਨ ਜਦੋਂ ਅਸੀਂ ਇੱਥੇ ਦਾਖਲਿਆਂ 'ਚ ਕਈ ਵਾਰ ਦੇਖਦੇ ਆ ਨਾ ਬੱਚੇ ਦਾਖਲਾ ਲੈ ਲੈਂਦੇ ਆ ਉਦੋਂ ਉਹਨਾਂ ਦੀ ਫੀਸ ਘੱਟ ਹੁੰਦੀ ਹੈ। ਉਹ ਆਪਣਾ ਸਰਟੀਫਿਕੇਟ ਦਿਖਾ ਦਿੰਦੇ ਆ ਕਿ ਅਸੀਂ ਇਸ ਕੈਟਾਗਰੀ ਤੋਂ ਹੈਗੇ ਆ, ਪਰ ਬਾਅਦ ਵਿੱਚ ਉਹ ਅਪਲਾਈ ਨਹੀਂ ਕਰ ਪਾਉਂਦੇ ਕਈ ਵਾਰੀ ਜਾਂ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਉਹਨਾਂ ਨੇ ਪੋਰਟਲ 'ਤੇ ਜਾ ਕੇ scholarship.gov.in 'ਤੇ ਜਾ ਕੇ ਉਹਨਾਂ ਨੇ ਉਹ ਫਾਰਮ ਭਰਨਾ ਹੁੰਦਾ ਤਾਂ ਕਿ ਉਹਨਾਂ ਨੂੰ ਇਹ ਜਿਹੜਾ ਸਕਾਲਰਸ਼ਿਪ ਅਪਲਾਈ ਕਰੇ। ਕਈ ਬੱਚੇ ਸਾਡੇ ਕੋਲ ਇੱਦਾਂ ਦੇ ਆਉਂਦੇ ਬਾਅਦ 'ਚ ਰਹਿ ਵੀ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪ ਅਪਲਾਈ ਕਰਨਾ ਹੁੰਦਾ ਜਾ ਕੇ। ਸੋ ਜੇ +2 ਤੋਂ ਬਾਅਦ ਮੈਂ ਗੱਲ ਕਰਾਂ ਸਰਕਾਰੀ ਜਿਹੜੀ ਹੈ ਸਕਾਲਰਸ਼ਿਪ ਤਾਂ ਉਹ ਹੈਗੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਹੈ SC ਬੱਚਿਆਂ ਲਈ ਹੁੰਦੀ ਆ ਜਿਹੜੇ ਕਿ ਪ੍ਰੋਫੈਸ਼ਨਲ ਕੋਰਸ ਵਾਲਿਆਂ ਨੂੰ ਇਹ ਮਿਲਦੀ ਹੈਗੀ ਆ। ਉਹਨਾਂ ਨੂੰ ਵੀ ਉੱਦਾਂ ਦੀ ਤਾਂ ਕਹਿ ਲਓ ਵੀ ਜੇ 40,000 45,000 ਫੀਸ ਆ ਤਾਂ ਉਹ ਇੰਨੀ ਨਹੀਂ ਭਰਨੀ ਪੈਂਦੀ। ਉਹਨਾਂ ਨੂੰ ਸਿਰਫ 8,000 ਫੀਸ ਭਰਨੀ ਪੈਂਦੀ ਆ ਜੇ ਉਹ ਅਪਲਾਈ ਕਰਦੇ ਆ ਤਾਂ। ਉਹ ਵੀ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜੇ ਉਹ ਕਾਉਂਸਲਿੰਗ ਥਰੂ ਆਉਂਦੇ ਨੇ, ਜੇ ਕਾਉਂਸਲਿੰਗ ਥਰੂ ਆਉਂਦੇ ਆ ਤਾਂ ਉਹਨਾਂ ਦੀ ਫੀਸ ਸਾਰੀ ਮਾਫ ਆ ਤੇ ਸਿਰਫ 8,000 ਰੁਪਇਆ ਉਹਨਾਂ ਨੂੰ ਦੇਣਾ ਪੈਂਦਾ। ਇੱਦਾਂ ਹੀ ਕੁਝ ਸੀਟਾਂ ਹੁੰਦੀਆਂ ਨੇ ਜਿਹੜੀਆਂ ਜੇ ਮੈਂ ਗੱਲ ਕਰਾਂ ਇੱਥੇ ਇੰਜੀਨੀਅਰਿੰਗ ਦੀਆਂ ਹੁੰਦੀਆਂ ਨੇ ਕਿ ਫੀ ਵੇਵਰ ਉਹਨਾਂ ਨੂੰ ਕਹਿੰਦੇ ਹਾਂ ਅਸੀਂ। ਫੀ ਵੇਵਰ ਦੇ ਵਿੱਚ ਜਨਰਲ ਬੱਚਾ ਵੀ ਲੈ ਸਕਦਾ। ਉਹਦੇ ਵਿੱਚ ਸਿਰਫ ਉਹ 'ਚ ਡਿਵਾਈਡ ਕੀਤਾ ਹੁੰਦਾ ਕਿ ਇੱਕ ਬ੍ਰਾਂਚ ਵਿੱਚ 5 ਜਾਂ 6 ਇੰਨਾ ਹੀ ਸੀਟਸ ਹੁੰਦੀਆਂ ਨੇ। ਉਹਦੇ 'ਚ ਬੱਚੇ ਨੂੰ ਤਕਰੀਬਨ ਜੇ 40-45,000 ਫੀਸ ਹੈ ਤਾਂ ਉਹਨੂੰ ਤਕਰੀਬਨ 17-18,000 ਹੀ ਦੇਣੀ ਪੈਂਦੀ ਆ। ਪਰ ਉਹਦੇ ਵਿੱਚ ਮੈਰਿਟ ਵਾਈਜ਼ ਹੁੰਦਾ ਕਿ ਬੱਚਾ ਪੜ੍ਹਨ ਵਾਲਾ ਜਿਹੜਾ ਚਾਹੇ ਉਹਦੀ ਆਮਦਨ ਵੀ ਜਿਹੜੀ ਆ ਡਿਫਾਈਨਡ ਕੀਤੀ ਹੁੰਦੀ ਆ। ਜੇ ਮੈਂ ਹੋਰ ਗੱਲ ਕਰਾਂ ਤਾਂ ਸਿੱਖ ਮਾਈਨੋਰਿਟੀ ਦੀ ਹੈ। ਸਿੱਖ ਮਾਈਨੋਰਿਟੀ ਦੇ ਵਿੱਚ ਕੀ ਹੈ ਕਿ ਬੱਚਾ ਜਿਵੇਂ ਮਾਈਨੋਰਿਟੀਜ਼ ਨੂੰ ਹੈ ਉਹਦੇ ਵਿੱਚ ਹਿੰਦੂ ਨਹੀਂ ਪੜ੍ਹ ਸਕਦਾ। ਘੱਟ ਗਿਣਤੀ ਜਾਤੀਆਂ ਘੱਟ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਵੀ ਸਰਕਾਰੀ ਸਕਾਲਰਸ਼ਿਪ MHRD ਦਿੰਦੀ ਹੈ ਸਕਾਲਰਸ਼ਿਪ ਕਿ ਉਹਨਾਂ ਨੂੰ ਤਕਰੀਬਨ 30,000 ਉਹਨਾਂ ਨੂੰ ਉਹਦੇ ਵਿੱਚ ਮਿਲ ਜਾਂਦਾ ਜੇ ਉਹ ਫੁੱਲਫਿਲ ਉਹਨਾਂ ਦੀਆਂ ਕਰਦੇ ਆ ਸਾਰੀਆਂ ਕੰਡੀਸ਼ਨਸ। ਉਹਨਾਂ ਨੇ ਆਮਦਨ ਉਹਦੇ ਵਿੱਚ ਵੀ ਮਿਲਣਾ ਤਕਰੀਬਨ 4 ਲੱਖ ਰੱਖੀ ਹੋਈ ਆ ਤੇ ਉਹ ਸਿਰਫ ਮਾਈਨੋਰਿਟੀਜ਼ ਭਰ ਸਕਦੀਆਂ ਉਹਦੇ ਵਿੱਚ। ਉਹਦੇ 'ਚ SC ਬੱਚਾ ਨਹੀਂ ਕੰਸੀਡਰ ਕਰਦੇ।
ਵੈਸੇ ਤਾਂ ਜਿਹੜੀਆਂ ਜਨਰਲ ਕੈਟਾਗਰੀ ਲਈ ਸਰਕਾਰ ਵੱਲੋਂ ਮੈਨੂੰ ਲੱਗਦਾ ਨਹੀਂ ਕੋਈ ਸਕਾਲਰਸ਼ਿਪ ਹੈਗੀ ਹੈ, ਇਸੇ ਕਰਕੇ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਨੂੰ ਨਿੱਜੀ ਸੰਸਥਾਵਾਂ ਨੇ ਉਹ ਇਸੇ ਫੀਲਡ ਦੇ ਵਿੱਚ ਜ਼ਿਆਦਾ ਕੰਮ ਕਰਦੀਆਂ ਨੇ ਜੀ। ਤੇ ਕੁਝ ਸਕਾਲਰਸ਼ਿਪ ਇੱਦਾਂ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਕਿ ਗ੍ਰੈਜੂਏਸ਼ਨ ਤੋਂ ਬਾਅਦ ਨੇ। ਜੇ ਆਪਾਂ ਗ੍ਰੈਜੂਏਸ਼ਨ ਤੱਕ ਦੀ ਗੱਲ ਕਰੀਏ ਤਾਂ ਮੈਰਿਟ ਕਮ ਮੀਨਸ ਹੈਗੀ ਆ, ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ, ਜੁਲਾਈ ਤੋਂ ਲੈ ਕੇ ਜੁਲਾਈ 'ਚ ਫਾਰਮ ਭਰੇ ਜਾਂਦੇ ਨੇ। ਤਾਂ ਉਹਨਾਂ ਦਾ ਇੱਕ ਪੋਰਟਲ ਹੈਗਾ scholarships.gov.in ਦੇ ਉੱਪਰ। ਸੋ ਜਿਹੜੇ ਦਰਸ਼ਕ ਨੇ, ਸਾਡੇ ਸਟੂਡੈਂਟਸ ਨੇ, ਮੈਂ ਉਹਨਾਂ ਨੂੰ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਉਹ ਇੱਕ ਵੈਬਸਾਈਟ ਆ ਜਿੱਥੇ ਉਹ ਸਾਰੀ ਜਿਹੜੀ ਆ ਸਕਾਲਰਸ਼ਿਪ ਦੀ ਉਹ ਇਨਫੋਰਮੇਸ਼ਨ ਲੈ ਸਕਦੇ ਆ। ਸੋ ਤੁਸੀਂ ਨੋਟ ਕਰ ਲਓ www.buddy4study BUDDY4 ਇਹਦੇ ਵਿੱਚ ਜਿਹੜਾ ਅੰਕਾਂ ਦਾ ਪੰਜਾਬੀ ਦਾ ਹੈਗਾ, ਉਸ ਤੋਂ ਬਾਅਦ ਸਟੱਡੀ STUDY.com ਦੇ ਉੱਪਰ ਤੁਸੀਂ ਜਿਹੜਾ ਰਜਿਸਟ੍ਰੇਸ਼ਨ ਕਰ ਸਕਦੇ ਹੋ। ਉੱਥੇ +1 ਵਾਲਾ ਬੱਚਾ ਵੀ ਰਜਿਸਟ੍ਰੇਸ਼ਨ ਕਰ ਸਕਦਾ, +2 ਵਾਲਾ ਵੀ ਕਰ ਸਕਦਾ, ਅਤੇ ਉਸ ਤੋਂ ਬਾਅਦ ਵੀ ਤੁਸੀਂ ਕਰ ਸਕਦੇ ਹੋ। ਤੁਹਾਨੂੰ ਜਿਹੜੀ ਅਲਰਟ ਜਿਹੜਾ ਤੁਸੀਂ ਲਾ ਕੇ ਇੱਥੇ ਰੱਖੋਗੇ, ਤੁਹਾਨੂੰ ਈਮੇਲ ਜਿਹੜੀਆਂ ਤੁਹਾਡੇ ਮਤਲਬ ਦੀਆਂ ਨੇ, ਤੁਸੀਂ ਆਪਣੀ ਐਜੂਕੇਸ਼ਨ ਭਰੋਗੇ। ਜੇ ਤੁਸੀਂ ਮੰਨ ਲਓ ਕਮਰਸ ਕਰਦੇ ਹੋ ਤਾਂ ਕਮਰਸ ਭਰੋਗੇ ਤਾਂ ਉਸ ਤਰ੍ਹਾਂ ਦੀਆਂ ਹੀ ਤੁਹਾਨੂੰ ਸਕਾਲਰਸ਼ਿਪ ਦੀਆਂ ਜਿਹੜੀਆਂ ਉਹ ਮੇਲਸ ਆ ਜਾਣਗੀਆਂ। ਸੋ ਇੱਥੇ ਤੁਸੀਂ ਜ਼ਰੂਰ ਰਜਿਸਟ੍ਰੇਸ਼ਨ ਕਰਕੇ ਰੱਖੋ ਤਾਂ ਕਿ ਤੁਸੀਂ ਆਉਣ ਵਾਲੇ ਜਿਹੜੇ ਆ ਸਮੇਂ ਦੇ ਵਿੱਚ ਤੁਸੀਂ ਜਿਹੜੀਆਂ ਆਪਣੇ ਲੈਵਲ ਦੀਆਂ ਸਕਾਲਰਸ਼ਿਪ ਲੈ ਸਕੋ। ਇਸ ਵੈਬਸਾਈਟ ਤੇ ਹਰ ਤਰ੍ਹਾਂ ਦੀ ਸਕਾਲਰਸ਼ਿਪ ਦੀ ਹਰ ਨੌਲੇਜ ਤਰ੍ਹਾਂ ਦੀ। ਹੁੰਦੀ ਹੈ ਜਾਂ ਫਿਰ ਇੱਕੋ ਹੀ ਜਿਹੜੀ ਕੋਈ ਨਿੱਜੀ ਸੰਸਥਾਵਾਂ ਨਾਲ ਰਿਲੇਟਡ ਨੇ ਉਹਨਾਂ ਬਾਰੇ ਹੀ ਸਿਰਫ ਜਾਣਕਾਰੀ ਇਹਦੇ ਹੁੰਦੀ ਵਿੱਚ ਸਾਰੀਆਂ, ਈਵਨ ਦੋ ਇੰਡੀਆ ਵਿੱਚ ਵੀ ਹਾਂਜੀ ਤੇ ਇੰਡੀਆ ਤੋਂ ਬਾਹਰਲੀਆਂ ਵੀ, ਚਾਹੇ ਉਹ ਸਰਕਾਰੀ ਨੇ ਚਾਹੇ ਉਹ ਗੈਰ ਸਰਕਾਰੀ ਨੇ। ਇੱਕ ਵਾਰੀ ਉਹਨਾਂ ਨੇ ਇਹਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਨੀ ਆ buddy4study.com। ਹਾਂਜੀ ਬੜੀ ਤੋਂ ਬਾਅਦ ਜਿਹੜਾ 4 ਆ ਉਹ ਜਿਹੜਾ ਅੰਕਾਂ ਦੇ ਵਿੱਚ ਪੰਜਾਬੀ ਦਾ ਹੈਗਾ, ਅਤੇ ਉਹ ਬੜੀ ਬੈਨੀਫੀਸ਼ੀਅਲ ਆ। ਮੈਂ ਵੀ ਕਈ ਬੱਚਿਆਂ ਨੂੰ ਦੇਖਿਆ ਕਿ ਇੱਥੋਂ ਹੀ ਬਹੁਤ ਤਰ੍ਹਾਂ ਦੀਆਂ ਸਕਾਲਰਸ਼ਿਪ ਭਰ ਕੇ ਉਹ ਬੈਨੀਫਿਟ ਜਿਹੜੇ ਲੈ ਚੁੱਕੇ ਨੇ ਇੱਥੇ। ਅਤੇ ਇੱਕੋ ਹੀ ਪਲੇਟਫਾਰਮ ਤੋਂ ਉਹਨਾਂ ਨੂੰ ਮਤਲਬ ਕਿ ਈਵਨ ਦੋ ਜੇ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਵੀ ਕਰ ਲਈ ਆ ਬਾਹਰ ਜਾ ਕੇ, ਤਾਂ ਉਹ ਇਸ 'ਤੇ ਰਜਿਸਟ੍ਰੇਸ਼ਨ ਕਰਨਗੇ ਤਾਂ ਇੱਥੇ ਹੀ ਉਹਨਾਂ ਨੂੰ ਬਹੁਤ ਜਾਣਕਾਰੀ ਜਿਹੜੀ ਮਿਲ ਸਕਦੀ ਆ। ਇਹ ਆਪਾਂ ਉਹਨਾਂ ਬੱਚਿਆਂ ਦੀ ਗੱਲ ਕੀਤੀ ਜਿਹੜੇ +2 ਤੋਂ ਬਾਅਦ ਵਾਲੇ ਕੋਰਸਿਸ ਨੇ, ਪਰ ਕਈ ਵਾਰੀ ਇਹ ਹੁੰਦਾ ਵੀ ਜਦੋਂ ਤੋਂ ਬੱਚਾ ਨਰਸਰੀ 'ਚ ਪੜ੍ਹਨਾ ਸਟਾਰਟ ਕਰਦਾ ਹੈ ਨਾ, ਸਰਕਾਰੀ ਸਕੂਲਾਂ ਦੇ ਵਿੱਚ ਬੇਸ਼ੱਕ ਬਹੁਤ ਸਹੂਲਤਾਂ ਹੁੰਦੀਆਂ ਨੇ, ਫੀਸ ਵੀ ਫ੍ਰੀ ਹੁੰਦੀ ਆ, ਜਿਹੜੀ ਯੂਨੀਫਾਰਮ ਉਹ ਵੀ ਫ੍ਰੀ, ਕਿਤਾਬਾਂ ਵੀ ਫ੍ਰੀ, ਪਰ ਹੁਣ ਬਹੁਤ ਸਾਰੇ ਮਾਪੇ ਨੇ ਜਿਹੜੇ ਤਰਜੀਹ ਦਿੰਦੇ ਨੇ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਨ। ਕੀ ਨਰਸਰੀ ਤੋਂ ਲੈ ਕੇ +2 ਤੱਕ ਵੀ ਕੋਈ ਇੱਦਾਂ ਦੀਆਂ ਸਕਾਲਰਸ਼ਿਪ ਪਈਆਂ ਨੇ ਜਿਹੜੀਆਂ ਹੁਸ਼ਿਆਰ ਵਿਦਿਆਰਥੀ ਨੇ ਜਿਹੜੇ ਲੈ ਸਕਦੇ ਨੇ? ਇਹ ਡਿਪੈਂਡ ਕਰਦਾ, ਜਿੱਦਾਂ ਹੁਣ ਸਾਡੇ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਨੇ, ਇੱਥੇ ਤਾਂ ਫੀਸ ਹੀ ਨਹੀਂ ਲੱਗਦੀ ਉਹਨਾਂ ਦੀ, ਸਿਰਫ ਹੁਣ ਇਹਨਾਂ ਨੇ ਪੇਪਰਾਂ ਦੀ ਫੀਸ ਲਾਉਣੀ ਸ਼ੁਰੂ ਕੀਤੀ ਆ। ਫਿਰ ਵੇਰੀ ਕਰਦਾ ਕਿ ਜਿਹੜੇ ਪ੍ਰਾਈਵੇਟ 'ਚ ਬਹੁਤ ਇਹੋ ਜਿਹੀਆਂ ਘੱਟ ਸਕਾਲਰਸ਼ਿਪਸ ਨੇ ਜਿਹੜੀਆਂ ਪ੍ਰਾਈਵੇਟ ਸਕੂਲਾਂ ਨੂੰ ਦਿੰਦੇ ਆ। ਇਹ ਵੀ ਨਿੱਜੀ ਸੰਸਥਾਵਾਂ ਹੀ ਦਿੰਦੀਆਂ ਨੇ। ਸਰਕਾਰ ਵੱਲੋਂ ਜੇ ਮੈਂ ਗੱਲ ਕਰਾਂ, ਦਿੱਲੀ ਦੇ ਵਿੱਚ ਹੈ ਇੱਦਾਂ ਦਾ ਸਰਕਾਰ ਨੇ ਕੀਤਾ, ਫੀਸ ਤਾਂ ਮਾਫ ਹੈਗੀ ਆ, ਤਾਂ ਉਹ ਸਟੇਸ਼ਨਰੀ ਲਈ ਵੀ 200 ਰੁਪਇਆ ਪਰ ਮੰਥ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਦੇ ਬੱਚੇ ਨੂੰ ਦੇ ਰਹੇ ਨੇ। ਅਤੇ ਜਿੱਦਾਂ ਸਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਵਜ਼ੀਫੇ ਮਿਲਦੇ ਸੀ, ਇੱਥੇ ਹੁਣ ਤਾਂ ਸ਼ਾਇਦ ਨਹੀਂ, ਮੈਨੂੰ ਲੱਗਦਾ ਹੈਗਾ ਮਿਲਦੇ ਆ, ਪਰ ਇਹਨਾਂ ਨੇ ਬੜਾ ਸੋਹਣਾ ਸਿਸਟਮ ਕੀਤਾ। ਹਰ ਸਟੇਟ ਨੇ ਆਪਣਾ ਕੀਤਾ ਹੈ ਕਿ ਉਹ ਸਰਕਾਰੀ ਸਕੂਲਾਂ ਨੂੰ ਕਿੱਦਾਂ ਦੀਆਂ ਫੈਸਿਲਿਟੀਜ਼ ਦੇ ਰਹੇ ਨੇ, ਅਤੇ ਸਾਡੇ ਤਾਂ ਬਿਲਕੁਲ ਫੀਸ ਹੀ ਮਾਫ ਕੀਤੀ ਹੋਈ ਆ। ਤਾਂ ਫਸਟ ਤੋਂ ਲੈ ਕੇ +2 ਤੱਕ ਉਹਨਾਂ ਨੂੰ, ਜਿਵੇਂ ਆਪਣੇ ਤਾਂ ਕਿਤਾਬਾਂ ਫ੍ਰੀ ਨੇ, ਫੀਸ ਨਹੀਂ ਹੈਗੀ, ਬਸ ਇੰਨੇ ਕੀ ਬੈਨੀਫਿਟ ਦਿੱਤੇ ਜਾਂਦੇ। ਹੁਣ ਤਾਂ ਬੱਚਿਆਂ ਨੂੰ ਥੋੜ੍ਹੇ ਵਜ਼ੀਫੇ ਵੀ ਆ ਜਿਹੜੇ ਨਾਲ ਉਹ ਵੀ ਮਿਲਦੇ ਨੇ, ਜਿਹ 'ਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਨਿੱਜੀ ਕੁਛ ਖਾਣ ਪੀਣ ਦੀਆਂ ਜਿਹੜੀਆਂ ਬੱਚੇ ਲਈ ਡਾਈਟ ਬਹੁਤ ਜ਼ਰੂਰੀ ਹੁੰਦੀ ਹੈ ਨਾ, ਚਾਹੇ ਮਿਡ ਡੇ ਮੀਲ ਦੇ ਜ਼ਰੀਏ ਵੀ ਆਪਾਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਵੀ ਥੋੜ੍ਹਾ ਜਿਹਾ ਅਮਾਊਂਟ ਆ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੇ ਕੀਤਾ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਟ ਆਪਾਂ ਗੱਲ ਕਰੇ ਸੀ ਕਿ ਨਿੱਜੀ ਸੰਸਥਾਵਾਂ ਬੱਚਿਆਂ ਨੂੰ ਦੇ ਰਹੀਆਂ ਨੇ ਨਰਸਰੀ ਤੋਂ ਲੈ ਕੇ +2 ਤੱਕ, ਉਸ ਦੀ ਜੇ ਕੋਈ ਸਕਾਲਰਸ਼ਿਪ ਆ ਤਾਂ ਮੈਂ ਇੱਦਾਂ ਦੀਆਂ ਬਹੁਤ ਸਕਾਲਰਸ਼ਿਪ ਨੇ। ਜਿੱਦਾਂ ਇਹ ਸ਼੍ਰੀ ਰਾਮ ਕੈਪੀਟਲ ਸਕਾਲਰਸ਼ਿਪ ਹੈਗੀ ਆ ਇੱਕ, ਜਿਹੜੀ ਕਿ 10ਵੀਂ ਦਾ, 11ਵੀਂ ਦਾ ਅਤੇ 12ਵੀਂ ਦਾ ਬੱਚਾ, ਜਿਹੜੇ ਡਰਾਈਵਰ ਨੇ, ਜਿਹੜੇ ਗੱਡੀਆਂ ਚਲਾਉਂਦੇ ਨੇ, ਉਹਨਾਂ ਦੇ ਬੱਚਿਆਂ ਵਾਸਤੇ ਇਹ ਸਕਾਲਰਸ਼ਿਪ ਹੈਗੀ ਆ, ਜਿਨ੍ਹਾਂ ਨੂੰ 15,000 ਜਿਹੜੀ ਆ ਅਮਾਊਂਟ ਜਿਹੜੀ ਆ ਉਹ ਮਿਲ ਸਕਦੀ ਆ। ਅਤੇ ਪਰ ਉਹਨਾਂ ਦੀ 4 ਲੱਖ ਤੋਂ ਜਿਹੜੀ ਆ ਉਹ ਇਨਕਮ ਜਿਹੜੀ ਵੱਧ ਨਹੀਂ ਹੋਣੀ ਚਾਹੀਦੀ ਪੂਰੇ ਪਰਿਵਾਰ ਦੀ। ਇਸ ਤਰ੍ਹਾਂ ਗੈਰ ਸਰਕਾਰੀ ਤਾਂ ਬਹੁਤ ਜ਼ਿਆਦਾ ਸੰਸਥਾਵਾਂ ਹੈਗੀਆਂ ਨੇ, ਬਾਹਰਲੀਆਂ ਖਾਸ ਕਰਕੇ, ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਵੀ ਲਾਉਂਦੀਆਂ ਅਤੇ ਪੰਜਾਬ ਤੋਂ ਬਾਹਰ ਵੀ ਲਾਉਂਦੀਆਂ ਨੇ, ਜਿਹੜੀਆਂ ਕਿ ਵੈਰੀਫਿਕੇਸ਼ਨ ਕਰਕੇ ਆਪਣੇ ਫਾਰਮ ਭਰਵਾਉਂਦੀਆਂ ਨੇ। ਜੇ ਤੁਸੀਂ ਇੱਥੇ ਲੁਧਿਆਣੇ ਵਿੱਚ ਵੀ ਦੇਖੋ ਤਾਂ ਬਹੁਤ ਨੇ, ਇੱਥੇ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਹੈਗੀ ਆ, ਜਿਹੜੇ ਕਿ ਸਕੂਲ ਹੀ ਉਹਨਾਂ ਨੇ ਬਿਲਕੁਲ ਆਪਣਾ ਫ੍ਰੀ ਕੀਤਾ ਹੋਇਆ ਇੱਥੇ ਸੁਚੱਜੀ ਫਾਊਂਡੇਸ਼ਨ ਦੇ ਜ਼ਰੀਏ। ਤਾਂ ਹੋਰ ਵੀ ਉਹ ਸਕੂਲ ਖੋਲ੍ਹ ਰਹੇ ਨੇ ਜਿੱਥੇ ਬੱਚਿਆਂ ਨੂੰ ਬਹੁਤ ਨੋਮੀਨਲ ਚਾਰਜਸ ਲਾ ਕੇ ਉਹ ਸਕੂਲ ਜਿਹੜੇ ਚਲਾ ਰਹੇ ਨੇ। ਸਿੱਖੀ ਅਵੇਅਰਨੈਸ ਫਾਊਂਡੇਸ਼ਨ ਹੈਗੀ ਆ ਕੈਨੇਡਾ ਤੋਂ, ਅਤੇ ਉਹ ਬੱਚਿਆਂ ਨੂੰ ਇੱਥੇ ਅਡੋਪਟ ਕਰਦੀ ਆ, ਅਤੇ ਉਹਨਾਂ ਦਾ ਸਾਰਾ ਖਰਚਾ ਜਿਹੜਾ ਸਾਲ ਦਾ ਜਿਨ੍ਹਾਂ ਸੰਸਥਾਵਾਂ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਚਾਹਾਂਗੀ ਕਿ ਇਹ
ਕਿਸ ਜਗ੍ਹਾ ਤੇ ਨੇ, ਮਤਲਬ ਕਿਸੇ ਵੀ ਪਿੰਡ ਜਾਂ ਸ਼ਹਿਰ, ਉਹਨਾਂ ਦਾ ਵੀ ਤੁਸੀਂ ਜ਼ਿਕਰ ਕਰੋ। ਇਹ ਜਿਵੇਂ ਹੁਣ ਇਹਨਾਂ ਪ੍ਰਾਈਵੇਟ ਸੰਸਥਾਵਾਂ ਨੇ ਤਾਂ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਹੈ ਲੁਧਿਆਣੇ ਵਿੱਚ ਹੀ ਹੈ, ਉਹਨਾਂ ਦਾ ਵੀ ਗੁਰੂ ਨਾਨਕ ਮਲਟੀਵਰਸਿਟੀ ਹੈ ਤਾਂ ਉਹਨਾਂ ਦਾ ਵੀ ਜਿਹੜਾ ਲੁਧਿਆਣੇ ਦੇ ਵਿੱਚ ਆ, ਜਾਂ ਤੁਸੀਂ ਬੜੂ ਸਾਹਿਬ ਟਰਸਟ ਦੇਖ ਲਓ, ਉਹਦੇ ਵਿੱਚ ਵੀ ਬਹੁਤ ਬੱਚੇ ਜਿਹੜੇ ਆ ਉਹਦੇ ਵਿੱਚ ਵੀ ਕਾਫੀ ਫ੍ਰੀ ਪੜ੍ਹਦੇ ਨੇ, ਜਿਹੜੇ ਖਾਸ ਤੌਰ ਤੇ ਗ੍ਰੰਥੀ ਸਿੰਘਾਂ ਦੇ ਬੱਚੇ ਨੇ ਉਹ 'ਚ, ਤੇ ਬਾਕੀਆਂ ਦੀ ਨਾਰਮਲ ਫੀਸ ਲੱਗਦੀ ਆ। ਬਾਕੀ ਜਿਹੜੀਆਂ ਮੈਂ ਹੁਣ ਬੋਲ ਰਿਹਾ ਸੀਗਾ ਕਿ ਪ੍ਰਾਈਵੇਟ ਸੰਸਥਾਵਾਂ CSR ਥਰੂ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਥਰੂ, ਉਹ ਤੁਹਾਨੂੰ ਆਨਲਾਈਨ ਹੀ ਮਿਲਣਗੀਆਂ ਇੱਥੇ ਜ਼ਿਆਦਾਤਰ, ਉਹ ਤੁਹਾਨੂੰ ਇਹਨਾਂ ਨਾਲ ਕੋਈ ਆਫਿਸ ਨਹੀਂ ਮਿਲੇਗਾ। ਉਹ ਬੱਚੇ ਜਦ ਜਿਹੜੇ ਸਰਕਾਰੀ ਸਕੂਲਾਂ ਵਾਲੇ ਨੇ ਉਹ ਤਾਂ ਭਰਵਾ ਦਿੰਦੇ ਆ ਟੀਚਰ ਸੀ, ਜਿੱਦਾਂ ਇਹ ਪ੍ਰੀ ਮੈਟ੍ਰਿਕ ਵਾਲਾ ਵੀ ਆ, ਉਹ ਟੀਚਰ ਭਰਵਾ ਦਿੰਦੇ ਆ, ਉਹਨਾਂ ਦਾ ਵਜ਼ੀਫਾ ਲੱਗ ਕੇ ਆ ਜਾਂਦਾ। ਜਿਹੜਾ ਪੋਸਟ ਵਾਲਾ ਉਹ ਬੱਚਿਆਂ ਨੂੰ ਆਪ ਭਰਨਾ ਪੈਂਦਾ, ਜਾਂ ਗ੍ਰੈਜੂਏਸ਼ਨ ਤੋਂ ਬਾਅਦ ਆ ਉਹ ਵੀ ਬੱਚਿਆਂ ਨੂੰ ਆਪ ਹੀ ਭਰਨਾ ਪੈਂਦਾ।